ਹਾਂਜੀ ਸਟੂਡੈਂਟਸ, ਹੁਣ ਆਪਾਂ ਨੈਕਸਟ ਸਟੱਡੀ ਕਰਨ ਜਾ ਰਹੇ ਹਾਂ। ਨੈਕਸਟ ਹੈਗੇ ਨੇ ਆਪਣੇ ਜਿਹੜੇ 3 ਡਿਵੀਜ਼ਨਸ ਆਪਾਂ ਕੀਤੀਆਂ ਸੀਗੀਆਂ ਪੋਪੂਲੇਸ਼ਨਸ ਦੀਆਂ, ਠੀਕ ਹੈ। ਪੋਪੂਲੇਸ਼ਨ ਦੀਆਂ 3 ਏਰੀਆਜ਼ ਆਪਾਂ ਡਿਵਾਈਡ ਕੀਤੇ ਸੀ: ਥਿਕਲੀ ਪੋਪੂਲੇਟਡ ਏਰੀਆ, ਮੋਡਰੇਟਲੀ ਪੋਪੂਲੇਟਡ ਏਰੀਆਜ਼ ਐਂਡ ਸਪਾਰਸਲੀ ਪੋਪੂਲੇਟਡ ਏਰੀਆਜ਼। ਹੁੰਦੇ ਕੀ ਨੇ ਉਹਨਾਂ ਬਾਰੇ ਆਪਾਂ ਹੁਣ ਪੜ੍ਹਨ ਲੱਗਦੇ ਹਾਂ। ਥਿਕਲੀ ਪੋਪੂਲੇਟਡ ਏਰੀਆਜ਼, the fertile river valleys and the industrial regions are densely populated। fertile river ਮਤਲਬ ਵਧੀਆ, ਜਿੱਥੇ ਪੂਰੀ ਵਧੀਆ ਤਰੀਕੇ ਦੀ ਜ਼ਮੀਨ ਹੋਵੇ, ਠੀਕ ਹੈ। ਵਧੀਆ ਫਰਟਾਈਲ ਸੋਇਲ ਹੋਵੇ ਜਿਹਦੇ ਵਿੱਚ ਉਪਜਾਊ ਧਰਤੀ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਅਤੇ ਜਿੱਥੋਂ ਦੀ ਰਿਵਰਸ ਵਧੀਆ ਵਗਣ, ਮਤਲਬ ਕਿ ਵਾਟਰ ਦੀ ਅਵੇਲੇਬਿਲਿਟੀ ਵਧੀਆ ਹੋਵੇ। ਐਂਡ ਦਾ ਇੰਡਸਟਰੀਅਲ ਰੀਜਨਸ, ਜਿੱਥੇ ਇੰਡਸਟਰੀ ਸੈਟਅਪ ਹੋਵੇ। ਹੁਣ ਇਹਦਾ ਰੀਜ਼ਨ ਕੀ ਹੈਗਾ ਵੀ ਇੱਥੇ ਇਹ ਸਾਰੇ ਜ਼ਿਆਦਾ ਡੈਂਸਲੀ ਪੋਪੂਲੇਟਡ ਕਿਉਂ ਹੁੰਦੇ ਨੇ? ਡੈਂਸਲੀ ਦਾ ਮਤਲਬ ਜ਼ਿਆਦਾ ਪੋਪੂਲੇਟਡ। ਇਹਦਾ ਇੱਕ ਰੀਜ਼ਨ ਇਹ ਹੈ ਬੱਚੇ ਕਿ ਜੇਕਰ ਪਾਣੀ ਦੀ ਅਵੇਲੇਬਿਲਿਟੀ ਹੋਊਗੀ, ਸੋਇਲ ਜਿਹੜੀ ਆ ਉਹ ਫਰਟਾਈਲ ਹੋਊਗੀ, ਉੱਥੇ ਆਪਾਂ ਐਗਰੀਕਲਚਰ ਕਰ ਸਕਦੇ ਹਾਂ, ਠੀਕ ਹੈ। ਅਤੇ ਵਾਟਰ ਤਾਂ ਆਪਣੀ ਵੈਸੇ ਵੀ ਬੇਸਿਕ ਨਸੈਸਿਟੀ ਹੈ, ਠੀਕ ਹੈ। ਪਾਣੀ ਤਾਂ ਆਪਾਂ ਨੂੰ ਚਾਹੀਦਾ ਹੀ ਹੈ ਆਪਣੇ ਲਿਵਲੀਹੁੱਡ ਲਈ। ਸੋ ਨੈਕਸਟ ਕੀ ਹੈ, ਇੰਡਸਟਰੀਅਲ ਰੀਜਨ ਜਿਹੜਾ ਹੁੰਦਾ, ਉੱਥੇ ਕੀ ਹੁੰਦਾ, ਆਪਾਂ ਨੂੰ ਜਿਹੜੇ ਆਪਣੇ ਇੰਪਲੋਇਮੈਂਟ ਵਗੈਰਾ ਆਪਾਂ ਨੂੰ ਮਿਲ ਜਾਂਦੀ ਹੈ, ਠੀਕ ਹੈ। ਆਪਾਂ ਨੂੰ ਜੋਬ ਮਿਲ ਜਾਂਦੀ ਹੈ ਇੰਡਸਟਰੀ ਏਰੀਆ ਦੇ ਵਿੱਚ। ਇੰਪਲੋਇਮੈਂਟ ਪ੍ਰੋਵਾਈਡ ਕਰਾਉਣਾ ਸੌਖਾ ਹੈ, ਠੀਕ ਹੈ। ਇੰਪਲੋਇਮੈਂਟ ਦੀ ਅਵੇਲੇਬਿਲਿਟੀ ਹੁੰਦੀ ਹੈ। ਨੈਕਸਟ ਦੇਖੋ, ਈਸਟਰਨ ਐਂਡ ਸਾਊਦਰਨ ਏਸ਼ੀਆ ਆਰ ਡੈਂਸਲੀ ਪੋਪੂਲੇਟਡ ਏਰੀਆ। ਈਸਟਰਨ ਅਤੇ ਸਾਊਦਰਨ ਏਸ਼ੀਆ ਐਗਜ਼ਾਮਪਲ ਦਿੱਤੀ ਹੈ ਇਹਨਾਂ ਨੇ। ਇਹ ਕੀ ਹੈ, ਜ਼ਿਆਦਾ ਪੋਪੂਲੇਟਡ ਏਰੀਆ, ਕਿਉਂਕਿ ਇੱਥੇ ਦੋਨੇ ਚੀਜ਼ਾਂ ਜ਼ਿਆਦਾ ਅਵੇਲੇਬਲ ਨੇ। ਦਿਸ ਇਜ਼ ਬਿਕੋਜ਼ ਇੰਟੈਂਸਿਵ ਕਲਟੀਵੇਸ਼ਨ ਇਜ਼ ਪ੍ਰੈਕਟਾਈਜ਼ਡ। ਇੰਟੈਂਸਿਵ ਮਤਲਬ ਵਧੀਆ ਤਰੀਕੇ ਦੀ ਕਲਟੀਵੇਸ਼ਨ ਹੁੰਦੀ ਹੈ, ਠੀਕ ਹੈ। The warm climate and fertile soil helps to cultivate crops almost throughout the year। ਵਾਰਮ ਕਲਾਈਮੇਟ ਰਹਿੰਦਾ, ਠੀਕ ਹੈ, ਨਾ ਜ਼ਿਆਦਾ ਠੰਡਾ ਨਾ ਜ਼ਿਆਦਾ ਗਰਮ, ਠੀਕ ਹੈ। ਅਤੇ ਉਸ ਤੋਂ ਬਾਅਦ ਫਰਟਾਈਲ ਸੋਇਲ ਹੈ ਇੱਥੇ ਜਿਹੜੀ ਅਵੇਲੇਬਲ ਹੈ, ਜਿੱਥੇ ਕਿ ਵਧੀਆ ਤਰੀਕੇ ਦੀ ਕ੍ਰੋਪਸ ਦੀ ਕਲਟੀਵੇਸ਼ਨ ਹੁੰਦੀ ਹੈ। ਪੂਰਾ ਸਾਲ ਖੇਤੀ ਹੋ ਸਕਦੀ ਹੈ ਇੱਥੇ। ਲੇਬਰ ਇੰਟੈਂਸਿਵ ਇੰਡਸਟਰੀਜ਼ ਹੈਵ ਆਲਸੋ ਗਰੋਨ ਇਨ ਮੋਸਟ ਆਫ ਦਾ ਕੰਟਰੀਜ਼ ਇਨ ਦਿਸ ਰੀਜਨ। ਜਿੱਥੇ ਲੇਬਰ ਪ੍ਰੋਵਾਈਡ ਕਰਦੀਆਂ ਨੇ ਜਿਹੜੀਆਂ ਇੰਡਸਟਰੀਜ਼, ਉਹ ਵੀ ਇੱਥੇ ਗਰੋ ਕਰ ਚੁੱਕੀਆਂ ਨੇ ਇਸ ਰੀਜਨ ਦੇ ਵਿੱਚ। ਤਾਂ ਕਰਕੇ ਜਿਹੜਾ ਏਰੀਆ ਹੈਗਾ ਇਹ ਡੈਂਸਲੀ ਪੋਪੂਲੇਟਡ ਹੈ। ਇਨ ਵੈਸਟਰਨ ਯੂਰਪ ਐਂਡ ਦਾ ਈਸਟਰਨ ਸੈਂਟਰਲ ਨਾਰਥ ਅਮੈਰੀਕਾ, the main reasons for the high density of population are mineral resources, the development of industries and climate suitable for human habitation। ਇਹ ਜਿਹੜਾ ਵੈਸਟਰਨ ਯੂਰਪ ਅਤੇ ਨਾਰਥ ਈਸਟ ਆਪਣਾ ਈਸਟ ਸੈਂਟਰਲ ਨਾਰਥ ਅਮੈਰੀਕਾ ਹੈਗਾ, ਇਹਦੇ ਮੇਨ ਕਾਰਨ ਕੀ ਨੇ? ਉੱਥੇ ਬਹੁਤ ਸਾਰੇ ਮਿਨਰਲ ਰਿਸੋਰਸਿਸ ਅਵੇਲੇਬਲ ਨੇ ਅਤੇ ਇੰਡਸਟਰੀਜ਼ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੀਆਂ ਨੇ, ਅਤੇ ਉੱਥੋਂ ਦਾ ਜਿਹੜਾ ਕਲਾਈਮੇਟ ਹੈ ਹਿਊਮਨ ਬੀਇੰਗਸ ਦੇ ਰਹਿਣ ਲਈ ਬਹੁਤ ਜ਼ਿਆਦਾ ਸੂਟੇਬਲ ਹੈ, ਠੀਕ ਹੈ। ਤਾਂ ਕਰਕੇ ਇਹ ਜਿਹੜਾ ਏਰੀਆ ਹੈਗਾ ਬਹੁਤ ਜ਼ਿਆਦਾ ਪੋਪੂਲੇਟਡ ਹੈ। every country of the world has habitation, every country of the world has some pockets of thickly populated areas। these are mostly the metropolitan urban areas। ਕਹਿੰਦੇ ਜ਼ਰੂਰੀ ਨਹੀਂ ਵੀ ਇਹ ਇਹਨਾਂ ਚੀਜ਼ਾਂ ਤੋਂ ਇਲਾਵਾ ਦੇਖੋ ਹੋਰ ਕਿਹੜੇ, ਹਰ ਇੱਕ ਦੇਸ਼ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਏਰੀਆ ਹੁੰਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਇਕੱਠੀ ਹੁੰਦੀ ਹੈ। ਉਹ ਜ਼ਿਆਦਾਤਰ ਕਿਹੜੇ ਹੁੰਦੇ ਨੇ? ਮੈਟਰੋਪੋਲੀਟਨ ਸਿਟੀਜ਼। ਆਪਣੇ ਮੈਟਰੋਪੋਲੀਟਨ ਸਿਟੀਜ਼ ਕਿਹੜੇ ਨੇਗੇ? ਮੁੰਬਈ ਹੋ ਗਿਆ, ਦਿੱਲੀ ਹੋ ਗਿਆ, ਕੋਲਕਾਤਾ ਹੋ ਗਿਆ, ਠੀਕ ਹੈ। ਇੱਦਾਂ ਦੇ ਸ਼ਹਿਰਾਂ ਦੇ ਵਿੱਚ ਅਰਬਨ ਏਰੀਆ ਹੁੰਦਾ ਜਿਹੜਾ ਸ਼ਹਿਰੀ, ਹੈ ਨਾ, ਉੱਥੇ ਜ਼ਿਆਦਾ ਲੋਕ ਰਹਿਣਾ ਪਸੰਦ ਕਰਦੇ ਨੇ, ਕਿਉਂਕਿ ਉੱਥੇ ਰੁਜ਼ਗਾਰ ਵਧੀਆ ਮਿਲਦਾ ਹੈ, ਹੈਲਥ ਫੈਸਿਲਿਟੀਜ਼, ਐਜੂਕੇਸ਼ਨ ਫੈਸਿਲਿਟੀਜ਼, ਹੋਰ ਸਾਰੀਆਂ ਫੈਸਿਲਿਟੀਜ਼ ਨੂੰ ਮਤਲਬ ਇਹ ਸਾਰੀਆਂ ਖਿੱਚ ਦਾ ਕੇਂਦਰ ਹੁੰਦੀਆਂ ਨੇ, ਜਿਹਦੀ ਵਜ੍ਹਾ ਕਰਕੇ ਉਹ ਏਰੀਆ ਜਿਹੜਾ ਹੁੰਦਾ ਹੈ ਉਹ ਥਿਕਲੀ ਪੋਪੂਲੇਟਡ ਹੁੰਦਾ, ਠੀਕ ਹੈ। ਨੈਕਸਟ ਹੈਗਾ ਆਪਣਾ ਮੋਡਰੇਟਲੀ ਪੋਪੂਲੇਟਡ ਏਰੀਆਜ਼। ਮੋਡਰੇਟਲੀ ਮਤਲਬ ਠੀਕ ਠਾਕ ਜਿਹਾ, ਹੈ ਨਾ। The moderately populated areas are mostly found between the densely and sparsely populated areas। ਮਤਲਬ ਕਿ ਜਿਹੜੇ ਏਰੀਆਜ਼ ਜ਼ਿਆਦਾ ਭੀੜ ਭੜੱਕੇ ਵਾਲੇ ਅਤੇ ਜਿਹੜੇ ਬਿਲਕੁਲ ਘੱਟ ਭੀੜ ਵਾਲੇ, ਠੀਕ ਹੈ, ਉਹਨਾਂ ਦੇ ਵਿੱਚ ਵਿਚਾਲੇ ਵਾਲਾ ਏਰੀਆ ਜਿਹੜਾ ਹੁੰਦਾ ਹੈ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਮੋਡਰੇਟਲੀ ਪੋਪੂਲੇਟਡ ਏਰੀਆਜ਼। most of these areas have developed new industries, facilities for irrigation and mining। ਇਹ ਜਿਹੜਾ ਏਰੀਆ ਇਹਦੇ ਵਿੱਚ ਕੀ ਚੀਜ਼ ਡਿਵੈਲਪ ਹੋਈ ਹੈ? ਨਵੀਆਂ ਇੰਡਸਟਰੀਜ਼ ਡਿਵੈਲਪ ਹੋਈਆਂ ਨੇ, ਠੀਕ ਹੈ। ਫੈਸਿਲਿਟੀਜ਼ ਮਿਲ ਰਹੀਆਂ ਨੇ ਇਰੀਗੇਸ਼ਨ ਦੀਆਂ ਅਤੇ ਮਾਈਨਿੰਗ ਦੀਆਂ, ਠੀਕ ਹੈ। ਦਸ ਪੀਪਲ ਹੈਵ ਮਾਈਗਰੇਟਡ ਐਂਡ ਸੈਟਲਡ ਇਨ ਸੱਚ ਏਰੀਆਜ਼। ਤਾਂ ਕਰਕੇ ਲੋਕ ਮਾਈਗਰੇਟ ਕਰਕੇ ਆਉਂਦੇ ਨੇ ਹੋਰ ਥਾਵਾਂ ਤੋਂ, ਇੱਥੇ ਆ ਕੇ ਸੈਟਲ ਹੁੰਦੇ ਨੇ। ਦ ਮੋਡਰੇਟਲੀ ਪੋਪੂਲੇਟਡ ਏਰੀਆਜ਼ ਡੂ ਨਾਟ ਫੋਰਮ ਅ ਕੰਟੀਨਿਊਸ ਬੈਲਟ। ਜਿਹੜਾ ਮੋਡਰੇਟਲੀ ਪੋਪੂਲੇਟਡ ਏਰੀਆ ਹੁੰਦਾ ਉਹ ਇਹ ਨਹੀਂ ਹੈਗਾ ਵੀ ਲਗਾਤਾਰ ਮੋਡਰੇਟਲੀ ਪੋਪੂਲੇਟਡ ਹੈ। ਸੈਂਟਰਲ USA, ਟ੍ਰੋਪੀਕਲ ਵੈਸਟ ਅਫਰੀਕਾ, ਸਾਊਦਰਨ ਪਾਰਟਸ ਆਫ ਰਸ਼ੀਆ, ਈਸਟਰਨ ਯੂਰਪ, ਡੈਕਨ ਪਲੇਟੂ ਆਫ ਇੰਡੀਆ, ਸੈਂਟਰਲ ਚਾਈਨਾ ਐਂਡ ਪਾਰਟਸ ਆਫ ਸਾਊਥ ਅਮਰੀਕਾ ਆਰ ਮੋਡਰੇਟਲੀ ਪੋਪੂਲੇਟਡ ਏਰੀਆ। ਦੇਖੋ ਇਹ ਜਿਹੜੇ ਆਪਾਂ ਨੂੰ ਐਗਜ਼ਾਮਪਲਸ ਦਿੱਤੀਆਂ ਨੇ, ਇਹ ਸਾਰਾ ਕੀ ਹੈ? ਐਗਜ਼ਾਮਪਲਸ ਕਿਹਦੀਆਂ ਨੇ? ਇਹ ਮੋਡਰੇਟਲੀ ਪੋਪੂਲੇਟਡ ਏਰੀਆ ਦੀਆਂ।
In these regions, people have migrated from other areas due to favorable natural and economic factors. ਹੋਰ ਦੇਸ਼ਾਂ ਦੇ ਵਿੱਚੋਂ, ਹੋਰ ਥਾਵਾਂ ਦੇ ਉੱਤੋਂ, ਹੋਰ ਸ਼ਹਿਰਾਂ ਦੇ ਵਿੱਚੋਂ ਲੋਕ ਮਾਈਗ੍ਰੇਟ ਕਰਕੇ ਇਹਨਾਂ ਥਾਵਾਂ ਦੇ ਉੱਤੇ ਆ ਰਹੇ ਨੇ, ਕਿਉਂਕਿ ਇੱਥੋਂ ਦਾ ਜਿਹੜਾ ਨੈਚੁਰਲ ਕਲਾਈਮੇਟ ਹੈ ਉਹ ਵਧੀਆ, ਲੋਕਾਂ ਦੇ ਰਹਿਣ ਵਾਸਤੇ ਫੇਵਰੇਬਲ ਹੈ, ਅਤੇ ਇੱਥੋਂ ਮਤਲਬ ਇੱਥੇ ਰਹਿ ਕੇ ਲੋਕ ਪੈਸਾ ਵੀ ਕਮਾ ਸਕਦੇ ਨੇ, ਯਾਨੀ ਕਿ ਆਪਣਾ ਲਿਵਲੀਹੁੱਡ ਵਧੀਆ ਤਰੀਕੇ ਨਾਲ ਅਰਨ ਕਰ ਸਕਦੇ ਨੇ। ਠੀਕ ਹੈ, ਇਹ ਰੀਜ਼ਨ ਹੈ ਕਿ ਇੱਥੇ ਲੋਕ ਮਤਲਬ ਮਾਈਗ੍ਰੇਟ ਹੋ ਕੇ ਆ ਰਹੇ ਨੇ, ਇੱਥੋਂ ਦੀ ਜਿਹੜੀ ਪਾਪੂਲੇਸ਼ਨ ਆ ਉਹ ਇਨਕਰੀਜ਼ ਹੋ ਰਹੀ ਹੈ। ਨੈਕਸਟ ਹੈਗਾ ਆਪਣਾ ਸਪਾਰਸਲੀ ਪਾਪੂਲੇਟਡ ਏਰੀਆਜ਼। ਸਪਾਰਸਲੀ ਪਾਪੂਲੇਟਡ ਏਰੀਆਜ਼ ਆਰ ਦ ਹੌਟ ਡੈਜ਼ਰਟਸ, ਕੋਲਡ ਡੈਜ਼ਰਟਸ ਐਂਡ ਦਾ ਹਾਈ ਮਾਊਂਟੇਨੀਅਸ ਏਰੀਆਜ਼। ਜਿਹੜੇ ਹੌਟ ਐਂਡ ਕੋਲਡ ਡੈਜ਼ਰਟਸ ਨੇ ਅਤੇ ਜਿਹੜੇ ਉੱਚੇ ਪਹਾੜਾਂ ਵਾਲੇ ਏਰੀਆਜ਼ ਨੇ, ਠੀਕ ਹੈ, ਉਹ ਹੈਗੇ ਨੇ ਸਪਾਰਸਲੀ ਪਾਪੂਲੇਟਡ ਏਰੀਆਜ਼। ਮਤਲਬ ਇੱਥੇ ਬਹੁਤ ਘੱਟ ਗਿਣਤੀ ਜਾਂ ਨਾ ਮਾਤਰ ਦੇ ਵਿੱਚ ਲੋਕ ਇੱਥੇ ਰਹਿ ਰਹੇ ਨੇ। ਠੀਕ ਹੈ, ਟੁੰਡਰਾ ਰੀਜਨ ਇਨ ਦਾ ਨਾਰਥ, ਦ ਥਿਕਲੀ ਫੋਰੈਸਟਡ ਏਰੀਆਜ਼ of the Amazon and the Congo basins as well as the Sahara desert have sparse population. Here the physical environment is not favorable for human inhabitation. ਦੇਖੋ ਇੱਥੇ ਕੀ ਹੁੰਦਾ ਹੈਗਾ, ਜਿਹੜਾ ਟੁੰਡਰਾ ਰੀਜਨ ਹੈ ਨਾਰਥ ਦਾ, ਜਿਹੜੇ ਸੰਘਣੇ ਜੰਗਲ ਨੇ ਐਮਾਜ਼ੋਨ ਦੇ, ਕੋਂਗੋ ਬੇਸਿਨਸ ਜਿਹੜੇ ਇਹਦੇ ਨਾਲ ਸਹਾਰਾ ਡੈਜ਼ਰਟ, ਇਹ ਕੀ ਨੇਗੇ, ਬਹੁਤ ਘੱਟ ਲੋਕ ਇੱਥੇ ਰਹਿ ਰਹੇ ਨੇ। ਠੀਕ ਹੈ, ਰੀਜ਼ਨ ਕੀ ਹੈ ਇਸ ਚੀਜ਼ ਦਾ, ਇੱਥੋਂ ਦਾ ਜਿਹੜਾ ਕਲਾਈਮੇਟ ਹੈ ਉਹ ਹਿਊਮਨ ਬੀਇੰਗਸ 'ਤੇ ਰਹਿਣ ਲਈ ਫੇਵਰੇਬਲ ਨਹੀਂ ਹੈਗਾ। ਠੀਕ ਹੈ, ਨੈਕਸਟ ਹੈਗਾ ਆਪਣਾ ਫੈਕਟਰਸ ਅਫੈਕਟਿੰਗ ਦਾ ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ। ਨੋ ਸਿੰਗਲ ਫੈਕਟਰ ਕੈਨ ਐਕਸਪਲੇਨ ਦਾ ਅਨਈਵਨ ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ ਇਨ ਦਾ ਵਰਲਡ। ਮਤਲਬ ਕਿ ਕੋਈ ਇੱਕ ਫੈਕਟਰ ਵਜ੍ਹਾ ਨਹੀਂ ਬਣਦਾ ਕਿ ਮਤਲਬ ਕਿ ਕਿਸੇ ਜਗ੍ਹਾ 'ਤੇ ਪਾਪੂਲੇਸ਼ਨ ਜ਼ਿਆਦਾ ਹੈ ਜਾਂ ਘੱਟ ਹੈ, ਉਹਦੇ ਲਈ ਕੋਈ ਇੱਕ ਫੈਕਟਰ ਰਿਸਪੋਂਸੀਬਲ ਨਹੀਂ ਹੁੰਦਾ, ਡਿਫਰੈਂਟ ਫੈਕਟਰਸ ਹੁੰਦੇ ਨੇ। ਕਿਹੜੇ ਹੁੰਦੇ ਨੇ ਉਹ ਆਪਾਂ ਪੜ੍ਹਦੇ ਹਾਂ। ਇਟ ਕੈਨ ਓਨਲੀ ਬੀ ਐਕਸਪਲੇਨਡ ਥਰੂ ਦਾ ਇੰਟਰੈਕਸ਼ਨ ਆਫ ਡਿਫਰੈਂਟ ਫਿਜ਼ੀਕਲ, ਸੋਸ਼ਲ, ਕਲਚਰਲ ਐਂਡ ਇਕਨੋਮਿਕ ਫੈਕਟਰਸ। ਡਿਫਰੈਂਟ ਫੈਕਟਰਸ ਹੁੰਦੇ ਨੇ, ਫਿਜ਼ੀਕਲ ਵੀ ਹੁੰਦੇ ਨੇ, ਇਕਨੋਮਿਕ ਵੀ ਹੁੰਦੇ ਨੇ, ਸੋਸ਼ਲ ਵੀ ਹੁੰਦੇ ਨੇ, ਕਲਚਰਲ ਵੀ ਹੁੰਦੇ ਨੇ। ਠੀਕ ਹੈ, ਦ ਫਿਜ਼ੀਕਲ ਫੈਕਟਰਸ ਇਨਕਲੂਡ ਰਿਲੀਫ, ਕਲਾਈਮੇਟ ਕੰਡੀਸ਼ਨਸ, natural vegetation, soil and water availability. Other factors include mineral deposits, industries, transportation, urbanization and migration. ਦੇਖੋ ਵੀ ਹੁੰਦੇ ਕੀ ਨੇ। ਰਿਲੀਫ ਹੁੰਦਾ ਹੈ, ਏਰੀਆ ਪਲੇਨ ਹੈ ਜਾਂ ਏਰੀਆ ਉਚਾਈ ਮਤਲਬ ਉਤਰਾਈ ਚੜ੍ਹਾਈ ਵਾਲਾ ਹੈ। ਠੀਕ ਹੈ, ਕਲਾਈਮੇਟਿਕ ਮਤਲਬ ਉੱਥੇ ਜ਼ਿਆਦਾ ਠੰਡਾ ਤਾਂ ਨਹੀਂ, ਜ਼ਿਆਦਾ ਗਰਮ ਤਾਂ ਨਹੀਂ। ਠੀਕ ਹੈ, ਨੈਚੁਰਲ ਵੈਜੀਟੇਸ਼ਨ ਮਤਲਬ ਉੱਥੇ ਕੋਈ ਚੀਜ਼ ਗਰੋ ਕਰਦੀ ਵੀ ਹੈ, ਐਗਰੀਕਲਚਰ ਉੱਥੇ ਸਸਟੇਨ ਕਰਦੀ ਵੀ ਹੈ ਉਹ ਧਰਤੀ ਜਾਂ ਨਹੀਂ। ਠੀਕ ਹੈ, ਅੱਛਾ, ਸੋਇਲ ਕਿੱਦਾਂ ਦੀ ਹੈ, ਵਾਟਰ ਕਿੱਦਾਂ ਦਾ ਅਵੇਲੇਬਲ ਹੈ, ਵਧੀਆ ਕੁਆਲਿਟੀ ਦੇ ਵਿੱਚ ਹਰ ਇੱਕ ਸਮੇਂ ਅਵੇਲੇਬਲ ਹੁੰਦਾ ਜਾਂ ਨਹੀਂ ਹੁੰਦਾ। ਠੀਕ ਹੈ, ਹੋਰ ਕਿਹੜੇ ਫੈਕਟਰਸ ਨੇ, ਉੱਥੇ ਉਹਦੀ ਮਿਨਰਲ ਡਿਪੋਜ਼ਿਟਸ ਕਿੱਦਾਂ ਦੇ ਨੇ, ਉੱਥੇ ਇੰਡਸਟਰੀ ਏਰੀਆ ਜਿਹੜਾ ਨੇੜੇ ਤੇੜੇ ਹੈਗਾ ਜਾਂ ਨਹੀਂ। ਠੀਕ ਹੈ, ਟਰਾਂਸਪੋਰਟੇਸ਼ਨ ਫੈਸਿਲਿਟੀ, ਆਪਾਂ ਨੂੰ ਜੇ ਕਿਤੇ ਉਸ ਏਰੀਏ ਦੇ ਵਿੱਚੋਂ ਕਿਤੇ ਹੋਰ ਜਾਣਾ ਪੈ ਜਾਵੇ ਤਾਂ ਉੱਥੇ ਟਰਾਂਸਪੋਰਟੇਸ਼ਨ ਫੈਸਿਲਿਟੀ ਹੈਗੀ ਵੀ ਹੈ, ਅਵੇਲੇਬਲ ਹੈਗੀ ਹੈ ਜਾਂ ਨਹੀਂ ਹੈਗੀ। ਅਰਬਨਾਈਜੇਸ਼ਨ, ਸ਼ਹਿਰ ਨੇੜੇ ਹੈਗਾ ਜਾਂ ਨਹੀਂ। ਮਾਈਗ੍ਰੇਸ਼ਨ, ਆਪਾਂ ਮਾਈਗ੍ਰੇਸ਼ਨ ਵੀ ਹੋ ਕੇ ਆਉਂਦੇ ਲੋਕ। ਠੀਕ ਹੈ, ਉਹਦੇ ਲਈ ਆਪਾਂ ਪੁਰਾਣੇ ਫੈਕਟਰਸ ਪੜ੍ਹ ਚੁੱਕੇ ਹਾਂ। ਸੋ ਇਹ ਸਾਰੇ ਜਿਹੜੇ ਫੈਕਟਰਸ ਨੇ ਇਹ ਰਿਸਪੋਂਸੀਬਲ ਨੇ, ਮਤਲਬ ਕਿ ਕਿਸੇ ਜਗ੍ਹਾ 'ਤੇ ਕਿੰਨੀ ਪਾਪੂਲੇਸ਼ਨ ਹੈ, ਉਹ ਏਰੀਆ ਥਿਕਲੀ ਪਾਪੂਲੇਟਡ ਹੈ, ਮੋਡਰੇਟਲੀ ਪਾਪੂਲੇਟਡ ਹੈ ਜਾਂ ਫਿਰ ਸਪਾਰਸਲੀ ਪਾਪੂਲੇਟਡ ਹੈ। ਇਹ ਫੈਕਟਰਸ ਵੀ ਇਨਕਲੂਡ ਕਰਦੇ ਨੇ ਵੀ ਉੱਥੋਂ ਦੀ ਪਾਪੂਲੇਸ਼ਨ ਹੈ ਜਿਹੜੀ ਉਹ ਕਿੰਨੀ ਕੁ ਜ਼ਿਆਦਾ ਉੱਥੇ ਰਹਿ ਰਹੀ ਹੈ। ਠੀਕ ਹੈ, ਚਲੋ ਵੀ ਨੈਕਸਟ ਪੜ੍ਹਦੇ ਹਾਂ ਆਪਾਂ ਰਿਲੀਫ। ਇਹ ਸਾਰੇ ਫੈਕਟਰਸ ਹੁਣ ਆਪਾਂ ਇਕੱਲੇ ਕਰਕੇ ਸਟੱਡੀ ਕਰਾਂਗੇ। ਦੇਖੋ ਬੱਚੇ, relief, the plains have higher density of population as compared to the mountainous regions. ਪਲੇਨ ਕੀ ਨੇਗੇ, ਜ਼ਿਆਦਾ ਡੈਂਸਿਟੀ ਹੁੰਦੀ ਹੈ ਉੱਥੇ ਪਾਪੂਲੇਸ਼ਨ ਦੀ, ਕਿਉਂਕਿ ਉੱਥੇ ਰਹਿਣਾ ਸੌਖਾ ਹੈ। ਠੀਕ ਹੈ, ਉੱਥੋਂ ਐਕਸਪੈਂਡ ਕਰਨਾ, ਕੋਈ ਵੀ ਆਪਣਾ ਬਿਜ਼ਨਸ, ਆਪਣਾ ਫਾਰਮ ਹੈ, ਆਪਣਾ ਇੰਡਸਟਰੀ ਹੈ, ਠੀਕ ਹੈ, ਉਹਨੂੰ ਐਕਸਪੈਂਡ ਵੀ ਕਰ ਸਕਦੇ ਹਾਂ ਆਪਾਂ। ਬਹੁਤ ਸਾਰੇ ਫੈਕਟਰ ਨੇ, ਆਪਾਂ ਪੜ੍ਹਦੇ ਹਾਂ। ਦ ਸਟੀਪ ਮਾਊਂਟੇਨ ਸਲੋਪਸ ਰਿਸਟ੍ਰਿਕਟ ਦਾ ਅਵੇਲੇਬਿਲਿਟੀ ਆਫ ਐਗਰੀਕਲਚਰਲ ਲੈਂਡ। ਜੇਕਰ ਚੜ੍ਹਾਈ ਵਾਲੇ ਪਹਾੜ ਆ ਗਏ, ਠੀਕ ਹੈ, ਤਾਂ ਉੱਥੇ ਐਗਰੀਕਲਚਰਲ ਲੈਂਡ ਦੀ ਅਵੇਲੇਬਿਲਿਟੀ ਇੰਨੀ ਜ਼ਿਆਦਾ ਨਹੀਂ ਹੁੰਦੀ ਜਿੰਨੀ ਪਲੇਨਸ ਦੇ ਵਿੱਚ ਹੁੰਦੀ ਹੈ। ਸੋ ਇੰਡਸਟਰੀਜ਼ ਨੂੰ ਵੀ ਆਪਾਂ ਪ੍ਰੋਪਰਲੀ ਐਕਸਪੈਂਡ ਕਰ ਸਕਦੇ ਹਾਂ, ਟਰਾਂਸਪੋਰਟੇਸ਼ਨ ਅਤੇ ਸੈਟਲਮੈਂਟ ਵੀ ਵਧੀਆ ਤਰੀਕੇ ਨਾਲ ਪਲੇਨ ਏਰੀਆਜ਼ ਦੇ ਵਿੱਚ ਹੋ ਸਕਦੀ ਹੈ। ਦ ਨਾਰਦਰਨ ਪਲੇਨਸ ਆਰ ਦਾ ਮੋਸਟ ਡੈਂਸਲੀ ਪਾਪੂਲੇਟਡ ਏਰੀਆਜ਼ ਇਨ ਇੰਡੀਆ। ਸਭ ਤੋਂ ਜ਼ਿਆਦਾ ਪਾਪੂਲੇਟਡ ਏਰੀਆ ਇੰਡੀਆ ਦਾ ਕਿਹੜਾ ਹੈਗਾ, ਨਾਰਦਰਨ ਪਲੇਨਸ। ਠੀਕ ਹੈ, ਨੈਕਸਟ ਪੜ੍ਹਦੇ ਹਾਂ ਆਪਾਂ ਕਲਾਈਮੇਟਿਕ ਕੰਡੀਸ਼ਨਸ। ਟੈਂਪਰੇਚਰ ਐਂਡ ਰੇਨਫਾਲ ਇਨਫਲੂਐਂਸ ਦਾ ਕੰਸਨਟ੍ਰੇਸ਼ਨ ਆਫ ਪਾਪੂਲੇਸ਼ਨ ਇਨ ਐਨੀ ਏਰੀਆ। ਟੈਂਪਰੇਚਰ ਕਿੱਦਾਂ ਦਾ, ਜ਼ਿਆਦਾ ਗਰਮੀ ਤਾਂ ਨਹੀਂ, ਜ਼ਿਆਦਾ ਠੰਡ ਤਾਂ ਨਹੀਂ, ਅਤੇ ਰੇਨਫਾਲ ਮਤਲਬ ਇਹ ਵੀ ਨਹੀਂ ਹੁਣ ਦੇਖਿਆ ਜਾਂਦਾ ਵੀ ਬਿਲਕੁਲ ਨਹੀਂ ਆਉਣੀ ਚਾਹੀਦੀ ਹੈ ਨਾ। ਜੇ ਬਿਲਕੁਲ ਨਹੀਂ ਆ ਰਹੀ ਤਾਂ ਵੀ ਉਹ ਏਰੀਆ ਘੱਟ ਪਾਪੂਲੇਟਡ ਹੋਊਗਾ, ਜੇ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਵੀ, ਹੈ ਨਾ, ਉਹ ਫੈਕਟਰ ਹੈ ਰਿਸਕ ਦਾ। ਠੀਕ ਹੈ, ਉਹ ਇਹ ਚੀਜ਼ ਇਨਫਲੂਐਂਸ ਕਰਦੀ ਹੈ ਪਾਪੂਲੇਸ਼ਨ ਕਿਸੇ ਏਰੀਆ ਦੀ ਨੂੰ।
ਐਕਸਟ੍ਰੀਮ ਕਲਾਈਮੇਟ ਡਿਸਕਰੇਜਸ ਕੰਸਨਟ੍ਰੇਸ਼ਨ ਵਾਈਲ ਮੋਡਰੇਟ ਕਲਾਈਮੇਟ ਫੇਵਰਸ ਹਿਊਮਨ ਸੈਟਲਮੈਂਟ। ਜ਼ਿਆਦਾ ਠੰਡਾ ਅਤੇ ਜ਼ਿਆਦਾ ਕੋਲਡ ਇਹਨੂੰ ਕਿਹਾ ਜਾਂਦਾ ਐਕਸਟ੍ਰੀਮ ਕਲਾਈਮੇਟ, ਠੀਕ ਹੈ। ਉਹ ਚੀਜ਼ ਮਤਲਬ ਕਿ ਲੋਕਾਂ ਨੂੰ ਕੰਸਨਟਰੇਟ ਹੋਣ ਤੋਂ, ਲੋਕਾਂ ਨੂੰ ਇੱਕ ਜਗ੍ਹਾ 'ਤੇ ਟਰੈਵਲ ਕਰਨ ਤੋਂ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਲੋਕ ਉਹ ਜਗ੍ਹਾ 'ਤੇ ਆ ਕੇ ਸੈਟਲ ਹੋਣਗੇ ਜਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਜਾਂ ਬਹੁਤ ਜ਼ਿਆਦਾ ਠੰਡ ਪੈਂਦੀ ਹੈ। ਸੋ ਮੋਡਰੇਟ ਕਲਾਈਮੇਟ ਜਿਹੜਾ ਹਿਊਮਨ ਬੀਇੰਗਸ ਉਹਨੂੰ ਪ੍ਰੈਫਰ ਕਰਦੇ ਨੇ ਜ਼ਿਆਦਾ। ਮੋਸਟ ਆਫ ਦਾ ਪਾਪੂਲੇਸ਼ਨ ਆਫ ਕੈਨੇਡਾ ਲਿਵਸ ਇਨ ਅ ਨੈਰੋ ਬੈਲਟ ਵਿਚ ਇਜ਼ ਰੈਲੇਟਿਵਲੀ ਵਾਰਮ ਕਲਾਈਮੇਟ। ਜ਼ਿਆਦਾਤਰ ਪਾਪੂਲੇਸ਼ਨ ਜਿਹੜੀ ਹੈ ਕੈਨੇਡਾ ਦੀ ਉਸ ਜਗ੍ਹਾ 'ਤੇ ਰਹਿੰਦੀ ਹੈ। ਨੈਰੋ ਬੈਲਟ ਮਤਲਬ ਬਹੁਤ ਥੋੜ੍ਹੇ ਏਰੀਏ ਦੇ ਵਿੱਚ ਰਹਿੰਦੀ ਹੈ ਜਿੱਥੇ ਕਲਾਈਮੇਟ ਬਾਕੀ ਏਰੀਆਜ਼ ਦੇ ਨਾਲੋਂ ਥੋੜ੍ਹਾ ਜਿਹਾ ਵਾਰਮ ਹੈ, ਨਿੱਘਾ ਹੈ, ਠੀਕ ਹੈ। ਨੈਕਸਟ ਹੈਗਾ ਆਪਣਾ ਨੈਚੁਰਲ ਵੈਜੀਟੇਸ਼ਨ। ਡੈਂਸ ਐਂਡ ਇਨਐਕਸੈਸਿਬਲ ਫੋਰੈਸਟਸ ਗਰੋ ਇਨ ਹੌਟ ਐਂਡ ਹਿਊਮਿਡ ਏਰੀਆਜ਼। Such conditions discourage population habitation. Therefore, the Amazon and Congo basins have no large settlements and the population density is very low. ਮਤਲਬ ਕਿ ਸੰਘਣੇ ਜਿਹੜੇ ਫੋਰੈਸਟ ਹੁੰਦੇ ਨੇ, ਠੀਕ ਹੈ, ਜਦੋਂ ਉਹ ਗਰੋ ਕਰ ਜਾਂਦੇ ਨੇ ਇੱਦਾਂ ਦੇ ਏਰੀਆਜ਼ ਦੇ ਵਿੱਚ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ, ਠੀਕ ਹੈ। ਸੋ ਉੱਥੇ ਪੋਪੂਲੇਸ਼ਨ ਜ਼ਿਆਦਾ ਇੰਨੀ ਇਕੱਠੀ ਨਹੀਂ ਹੁੰਦੀ। ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਐਮਾਜ਼ੋਨ ਅਤੇ ਕੋਂਗੋ ਬੇਸਿਨਸ, ਜਿੱਥੇ ਮਤਲਬ ਕਿ ਬਹੁਤ ਜ਼ਿਆਦਾ ਸੈਟਲਮੈਂਟਸ ਨਹੀਂ ਦੇਖੀਆਂ ਅਤੇ ਪੋਪੂਲੇਸ਼ਨ ਡੈਂਸਿਟੀ ਉੱਥੇ ਬਹੁਤ ਜ਼ਿਆਦਾ ਲੋ ਹੈ, ਘੱਟ ਹੈ। ਨੈਕਸਟ ਹੈਗਾ ਬੱਚੇ ਸੋਇਲ। ਦਾ ਫਰਟਾਈਲ ਐਲੂਵੀਅਲ ਐਂਡ ਲਾਵਾ ਸੋਇਲਸ ਕੈਨ ਸਪੋਰਟ ਮੋਰ ਪੋਪੂਲੇਸ਼ਨ ਦੈਨ ਦਾ ਡੈਜ਼ਰਟ। ਜਿਹੜੀ ਸੋਇਲ ਵਧੀਆ ਤਰੀਕੇ ਦੀ ਹੋਊਗੀ, ਜਿੱਥੇ ਵਧੀਆ ਚੀਜ਼ ਪਲਾਂਟਸ ਵੈਜੀਟੇਸ਼ਨ ਗਰੋ ਕਰ ਸਕਦੀ ਹੈ, ਉਹ ਜ਼ਿਆਦਾ ਪ੍ਰੈਫਰੇਬਲ ਹੋਊਗੀ, ਠੀਕ ਹੈ, ਡੈਜ਼ਰਟ ਦੀ ਸੋਇਲ ਦੇ ਨਾਲੋਂ। ਮਾਊਂਟੇਨ ਐਂਡ ਲੈਟਰਾਈਟ ਸੋਇਲ। ਸੋ ਡੈਜ਼ਰਟ ਦੀ, ਮਾਊਂਟੇਨ ਦੀ ਅਤੇ ਲੈਟਰਾਈਟ ਸੋਇਲ ਦੇ ਨਾਲੋਂ ਐਲੂਵੀਅਲ ਅਤੇ ਲਾਵਾ ਸੋਇਲ ਵਾਲਾ ਏਰੀਆ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਸੈਟਲਮੈਂਟਸ ਲਈ। ਦਾ ਡਿਵੈਲਪਮੈਂਟ ਆਫ ਐਂਸ਼ੀਅੰਟ civilizations in the river valleys was due to fertile soil. ਸੋ ਜਿਹੜਾ ਐਂਸ਼ੀਅੰਟ ਸਿਵਲਾਈਜੇਸ਼ਨ ਹੈ ਰਿਵਰ ਵੈਲੀਜ਼ ਦੇ ਨੇੜੇ, ਠੀਕ ਹੈ, ਉਹ ਫਰਟਾਈਲ ਸੋਇਲ ਦੇ ਕਰਕੇ ਹੀ ਸੀ। ਐਟ ਪ੍ਰੈਜ਼ੈਂਟ ਦਾ ਇੰਟਰੋਡਕਸ਼ਨ ਆਫ ਨਿਊ ਫਾਰਮਿੰਗ ਟੈਕਨੀਕਸ ਹੈਵ ਚੇਂਜ ਦਾ ਇੰਪੈਕਟ ਆਫ ਸੋਇਲ ਇਨ ਸਮ ਏਰੀਆਜ਼ ਟੂ ਸਮ ਐਕਸਟੈਂਟ। ਹੁਣ ਅੱਜ ਕੱਲ੍ਹ ਕੀ ਹੈ, ਨਵੀਆਂ ਫਾਰਮਿੰਗ ਟੈਕਨੀਕਸ ਦੇ ਆਉਣ ਨਾਲ ਇਹ ਚੀਜ਼ ਜਿਹੜੀ ਸੋਇਲ ਹੈ, ਠੀਕ ਹੈ, ਇਹਦਾ ਇੰਪੈਕਟ ਥੋੜ੍ਹਾ ਜਿਹਾ ਚੇਂਜ ਕਰਤਾ ਕੁਛ ਏਰੀਆਜ਼ ਦੇ ਵਿੱਚ, ਕੁਛ ਹੱਦ ਤੱਕ, ਠੀਕ ਹੈ। ਮਤਲਬ ਜੇ ਹਾਰਡ ਜਿਹੜੀ ਸੋਇਲ ਹੈ, ਮਤਲਬ ਉਹਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਡਿਫਰੈਂਟ ਟੈਕਨੀਕਸ ਆ ਗਈਆਂ ਜਿਨ੍ਹਾਂ ਨੂੰ ਆਪਾਂ ਜਿਹੜੀ ਸੋਇਲ ਦੀ ਉੱਪਰ ਵਾਲੀ ਲੇਅਰ ਹੈ ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਨਵੀਆਂ ਮਸ਼ੀਨਰੀਜ਼ ਦੇ ਨਾਲ, ਅਤੇ ਆਪਾਂ ਕੋਈ ਏਰੀਆ ਜਿਹੜਾ ਨਹੀਂ ਐਕਸੈਸਿਬਲ ਹੈਗਾ ਫਾਰਮਿੰਗ ਦੇ ਲਈ ਉਹਨੂੰ ਵੀ ਆਪਾਂ ਅਵੇਲੇਬਲ ਕਰਵਾ ਸਕਦੇ ਹਾਂ। ਨੈਕਸਟ ਆਪਾਂ ਵਾਟਰ ਅਵੇਲੇਬਿਲਿਟੀ ਹੈਗਾ। ਵਾਟਰ ਅਵੇਲੇਬਿਲਿਟੀ ਕੀ ਹੁੰਦਾ ਬੱਚੇ, ਕਿਸੇ ਜਗ੍ਹਾ 'ਤੇ ਕਿੰਨਾ ਪਾਣੀ ਹੈ, ਠੀਕ ਹੈ, ਸਾਫ਼ ਹੈਗਾ ਜਾਂ ਨਹੀਂ ਹੈਗਾ, ਉਹ ਘਰ ਤੱਕ ਪਹੁੰਚ ਰਿਹਾ ਜਾਂ ਨਹੀਂ ਹੈਗਾ, ਠੀਕ ਹੈ। ਹੁਣ ਦੇਖੋ ਰਿਵਰਸ ਆਰ ਦਾ ਇੰਪੋਰਟੈਂਟ ਸੋਰਸ ਆਫ ਫਰੈਸ਼ ਵਾਟਰ। ਆਪਾਂ ਨੂੰ ਪਤਾ ਰਿਵਰਸ ਤੋਂ ਹੀ ਆਪਾਂ ਨੂੰ ਫਰੈਸ਼ ਵਾਟਰ ਮਿਲਦਾ ਹੈ। ਦੇ ਸਪਲਾਈ ਵਾਟਰ ਫॉर ਡੋਮੈਸਟਿਕ ਪਰਪਸਿਸ। ਡੋਮੈਸਟਿਕ ਪਰਪਸ ਕਿਹੜੇ ਹੁੰਦੇ ਨੇ ਵੀ ਆਪਣੇ ਘਰਾਂ ਦੇ ਕੰਮਾਂ ਲਈ, ਠੀਕ ਹੈ। ਐਗਰੀਕਲਚਰ ਇੰਡਸਟਰੀਜ਼ ਐਂਡ ਟਰਾਂਸਪੋਰਟ। ਐਗਰੀਕਲਚਰ ਲਈ ਆਪਾਂ ਕੀ ਕਰਦੇ ਹਾਂ, ਇਰੀਗੇਸ਼ਨ ਕਰਦੇ ਹਾਂ। ਇੰਡਸਟਰੀਜ਼ ਦੇ ਵਿੱਚ ਵੀ ਪਾਣੀ ਦੀ ਲੋੜ ਹੁੰਦੀ ਹੈ ਅਤੇ ਟਰਾਂਸਪੋਰਟ ਲਈ ਵੀ ਪਾਣੀ ਹੈ ਨਾ ਚਾਹੀਦਾ ਹੁੰਦਾ ਗਾ। ਡਜ਼ ਪੀਪਲ ਟੈਂਡ ਟੂ ਸੈਟਲ ਇਨ ਦਾ ਰਿਵਰ ਵੈਲੀਜ਼। ਤਾਂ ਕਰਕੇ ਲੋਕ ਕੀ ਕਰਦੇ ਨੇ, ਰਿਵਰ ਵੈਲੀਜ਼ ਦੇ ਵਿੱਚ ਸੈਟਲ ਹੋ ਜਾਂਦੇ ਨੇ ਕਿਉਂਕਿ ਇੱਥੇ ਪਾਣੀ ਦੀ ਅਵੇਲੇਬਿਲਿਟੀ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਈਵਨ ਇਨ ਦਾ ਡੈਜ਼ਰਟਸ ਓਆਸਿਸ ਹੈ ਪਰਮਾਨੈਂਟ ਸੈਟਲਮੈਂਟ। ਜਿਹੜੇ ਮਤਲਬ ਕਿ ਜਿੱਥੇ ਪਾਣੀ ਦੀ ਅਵੇਲੇਬਿਲਿਟੀ ਹੁੰਦੀ ਹੈ ਉਹ ਹੁੰਦੀ ਹੈ ਡੈਜ਼ਰਟ ਦੇ ਵਿੱਚ। ਕਿਹੜਾ ਏਰੀਆ ਹੁੰਦਾ ਵੀ ਜਿੱਥੇ ਪਾਣੀ ਅਵੇਲੇਬਲ ਹੁੰਦਾ ਹੈ, ਓਆਸਿਸ, ਠੀਕ ਹੈ। ਉੱਥੇ ਮਤਲਬ ਕਿ ਵਧੀਆ ਪਰਮਾਨੈਂਟ ਸੈਟਲਮੈਂਟਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਨੈਕਸਟ ਹੈਗਾ ਆਪਣਾ ਮਿਨਰਲ ਰਿਸੋਰਸਿਸ। ਇਹ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ।